साहिब जियो। श्री नानक पग पंकज बंदन, सिमरो अंगद दोख निकंदन। अमरदास गुर हृदय त्यागो, श्री गुरु रामदास गुण गाओ। गुर यार जान बेगानन, नाशक बिघ्नन के नाशक। श्री कर गोबिंद सुमत पर काशक। श्री कर राई नमो कर जोरी, नमो कर जोरी। गुर कर कृष्ण मनाऊ मको, प्रीतिक बहादुर परम कृपाला जियो, परम कृपाला। श्री गुरु गोबिंद सिंह बेसाला, तरों तरा तर पुन पुन सीसा, पुन पुन सीसा। बंदों बार बार जगदीसा, जा मैं अमृत ज्ञान है, नानक भगत बैराग। श्री गुरु ग्रंथ साहिब उदद कर अनुराग। एक ओंकार सतगुरु प्रसाद सच होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। सतनाम वाहिगुरु साहिब जीओ। तीर्थ तप दयालत दान, जे को पावे तिलका मान। वाहिगुरु जी का खालसा, वाहिगुरु जी की फतेह। परम सन्मानयोग सत्कारयोग चबर छत्र तखत दे मालक, हाजरा खजूर जाहर जपूर सर्व कला भरपूर। दसां पातशाहियां दी जगती जोत, धन धन श्री गुरु ग्रंथ साहिब महाराज जी दे पावन पवित्र खजूरी विच असीं जुड़ मिल बैठे हां। और साहिब जी ने किरपा कीती है अमृत बाणी दे कीर्तन तो बाद जो जपजी साहिब पावन बाणी दी लड़ीवार विचार। और अज दी जो 21वीं पौड़ी है, इहदी विचार दे नाल आपां जुड़ना है। विचारां दी आरंभता तो पहला करो रसना नूं पवित्र आखो जी। वाहिगुरु जी का खालसा, वाहिगुरु जी की फतेह। तीर्थ तप दयालत दान, जे को पावे तिलका मान। धन धन गुरु नानक पातशाह जी की 21वीं पौड़ी है। और सतगुर महाराज जी ने इस पावन पौड़ी दे विच दो जिहड़ियां विचारां सतगुर महाराज जी ने साडे सामने रखियां कर। पिछली जिहड़ी पौड़ी है, पिछली पौड़ी दे विच सतगुर महाराज जी ने इस गल का निर्णय किया है कि पुन्नी पापी आखण ना के कर कर करना लिख लै जा को। किसी का पुन्नी कह देना, किसी नूं पापी कह देना, ये केवल कहण मात्र नहीं है। जिहो जे मनुख कर्म करदा है
ਇਹ ਜਿਹਾ ਫਲ ਵੀ ਇਹਨੂੰ ਮਿਲ ਜਾਂਦਾ ਹੈ। ਉਨੀ ਪਾਪੀ ਆਖਣ ਨਾ ਕਿ ਕਰ ਕਰ ਕਰਨਾ ਲਿਖ ਲੈ ਜਾ ਕੋ, ਆਪੇ ਬੀਜ ਆਪੇ ਕੀ ਖਾਕੂ। ਬੀਜ ਦਾ ਵੀ ਆਪ ਕੀ ਕਹਿ, ਵੱਢਣਾ ਵੀ ਇਹਨੂੰ ਆਪ ਹੀ ਪੈਂਦਾ ਹੈ। ਇਸ ਕਰਕੇ ਜਦੋਂ ਮਨੁੱਖ ਨੂੰ ਇੰਨੀ ਕੁ ਸਮਝ ਆਉਂਦੀ ਕਿ ਵੀ ਜਿਹੜੇ ਕਰਮ ਦਾ ਫਲ ਹੈ ਇਹ ਮੈਨੂੰ ਭੋਗਣਾ ਵੀ ਪੈਣਾ ਹੈ, ਕਰਮ ਦਾ ਫਲ ਮੈਨੂੰ ਮਿਲਣਾ ਵੀ ਹੈ, ਤੇ ਇਸ ਵਾਸਤੇ ਮਨੁੱਖ ਦੇ ਮਨ ਦੇ ਵਿੱਚ ਫਿਰ ਧਰਮ ਨੂੰ ਕਮਾਉਣ ਦੇ ਵਾਸਤੇ ਵਿਚਾਰ ਪੈਦਾ ਹੁੰਦੀ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਮੈਂ ਧਰਮ ਨੂੰ ਕਮਾਵਾਂ, ਮੈਂ ਚੰਗੇ ਕਰਮ ਕਰਾਂ ਜਿਹਦੇ ਨਾਲ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮੈਂ ਸੁਰੱਖਿਅਤ ਹੋ ਸਕਾਂ। ਹੁਣ ਇਸ ਸੰਬੰਧ ਵਿੱਚ ਸਤਿਗੁਰੂ ਜੀ ਨੇ ਜੋ ਵਿਚਾਰ ਬਖਸ਼ੇ ਹਨ ਕਿ ਜਦੋਂ ਮਨੁੱਖ ਧਰਮ ਕਰਮ ਕਰਦਾ ਹੈ, ਜਦੋਂ ਮਨੁੱਖ ਪੁੰਨ ਕਰਮ ਕਰਦਾ ਹੈ, ਇਹਦੇ ਧਰਮ ਕਰਮ ਕਰਨ ਦੇ, ਪੁੰਨ ਕਰਮ ਕਰਨ ਦੇ ਦੋ ਜਿਹੜੇ ਕਾਰਨ ਬਣਦੇ ਹਨ। ਪਹਿਲਾ ਕਾਰਨ ਇਹ ਹੈ ਵੀ ਮਨੁੱਖ ਡਰ ਕੇ ਭੈ ਕਰਕੇ ਕਰਦਾ ਹੈ ਕਿ ਜੇ ਮੈਂ ਪਾਪ ਕਰਮ ਕੀਤੇ ਤੇ ਇਹਨਾਂ ਦਾ ਮੈਨੂੰ ਫਲ ਭੋਗਣਾ ਪਵੇਗਾ। ਦੂਜੀ ਗੱਲ ਕਿ ਜਿਹੜੇ ਇਹਨੇ ਪਿੱਛੇ ਪਾਪ ਕਰ ਲਏ ਹਨ, ਜਿਹੜੇ ਇਹਦੇ ਕੋਲ ਪਾਪ ਹੋ ਗਏ ਹਨ, ਮਨੁੱਖ ਸੋਚਦਾ ਵੀ ਧਰਮ ਕਰਮ ਕਰਕੇ, ਪੁੰਨ ਕਰਮ ਕਰਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਮੈਂ ਉਹਨਾਂ ਪਾਪਾਂ ਨੂੰ ਵੀ ਧੋ ਲਵਾਂ, ਉਹਨਾਂ ਪਾਪਾਂ ਤੋਂ ਵੀ ਮੈਂ ਮੁਕਤ ਹੋ ਜਾਵਾਂ, ਕਿਸੇ ਤਰੀਕੇ ਨਾਲ ਮੇਰੇ ਇਹ ਪਾਪ ਵੀ ਜਿਹੜੇ ਬਖਸ਼ੇ ਜਾਣ। ਹੁਣ ਸਤਿਗੁਰੂ ਮਹਾਰਾਜ ਜੀ ਨੇ ਇਸ ਗੱਲ ਨੂੰ ਇੱਥੇ ਕਲੀਅਰ ਕੀਤਾ ਕਿ ਵੀ ਮਨੁੱਖ ਨੇ ਜੇ ਭੁੱਲ ਭੁਲੇਖੇ ਕੋਈ ਪਾਪ ਕਰ ਵੀ ਲਿਆ ਤੇ ਇਹ ਆਪਣੇ ਪਾਪਾਂ ਨੂੰ ਬਖਸ਼ਾ ਵੀ ਸਕਦਾ ਹੈ, ਲੇਕਿਨ ਉਹ ਕਿਹੜੇ ਕਰਮ ਹਨ ਜਿਨ੍ਹਾਂ ਕਰਮ ਨੂੰ, ਜਿਸ ਕਰਮ ਨੂੰ ਕਰਕੇ ਇਹਦੇ ਪਾਪਾਂ ਤੋਂ ਇਹ ਮੁਕਤ ਹੋ ਸਕਦਾ ਹੈ। ਤੇ ਨਾਲ ਫਿਰ ਸਤਿਗੁਰੂ ਜੀ ਨੇ ਇਹ ਵੀ ਦੱਸਿਆ ਹੈ ਵੀ ਇਹਦੇ ਵਾਸਤੇ ਚੰਗਾ ਕਰਮ ਕਿਹੜਾ ਹੈ। ਲੇਕਿਨ ਕਈ ਵਾਰੀ ਮਨੁੱਖ ਅਗਿਆਨਤਾ ਵਸ ਪੈ ਕਰਕੇ ਹੁੰਦਾ ਉਹ ਕਰਮ ਕਾਂਡ ਕੀ ਹੈ, ਤੇ ਕਰਮ ਕਾਂਡ ਨੂੰ ਕੀ ਇਹ ਧਰਮ ਕਰਮ ਸਮਝ ਕਰਕੇ ਕਰੀ ਜਾਂਦਾ ਹੈ। ਉਹਦਾ ਜ਼ਿਕਰ ਸਤਿਗੁਰੂ ਜੀ ਨੇ ਇੱਥੇ ਕੁਝ ਰੰਜਕ ਮਾਤਰ ਕੀਤਾ ਹੈ। ਸੋ ਅੱਜ ਦਾ ਜੋ ਪਹਿਲਾ ਇੱਥੇ ਬਚਨ ਸਾਹਿਬ ਜੀ ਕਰਦੇ ਨੇ, ਤੀਰਥ ਤਪ ਦਇਆ ਦਤ ਦਾਨ। ਪਹਿਲਾ ਤਾਂ ਤੀਰਥ, ਇਹ ਮਨੁੱਖ ਤੀਰਥਾਂ ਤੇ ਜਾਂਦਾ ਹੈ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ, ਤੇ ਤੀਰਥਾਂ ਤੇ ਜਾਣ ਦੀ ਭਾਵਨਾ ਵੀ ਇਹ ਬਣਦੀ ਹੈ ਵੀ ਇੱਕ ਮੈਂ ਤੀਰਥ ਤੇ ਗਿਆ ਹਾਂ, ਉੱਥੇ ਜਾ ਕੇ ਦਾਨ ਪੁੰਨ ਕੀਤਾ ਹੈ, ਇਹ ਮੇਰਾ ਪੁੰਨ ਕਰਮ ਹੋ ਗਿਆ, ਚੰਗਾ ਕਰਮ ਹੋ ਗਿਆ ਹੈ। ਮੈਂ ਧਰਮ ਸਥਾਨ ਤੇ ਗਿਆ, ਏਡੀ ਲੰਮੀ ਯਾਤਰਾ ਕੀਤੀ ਹੈ, ਇਹ ਮੇਰਾ ਇੱਕ ਪੁੰਨ ਕਰਮ ਹੈ, ਇਹ ਮੇਰਾ ਇੱਕ ਚੰਗਾ ਕਰਮ ਹੈ। ਉੱਥੇ ਜਾ ਕੇ ਮੈਂ ਇਸ਼ਨਾਨ ਕੀਤਾ ਹੈ। ਤੇ ਫਿਰ ਮਨੁੱਖ ਨੇ ਇਹ ਵੀ ਧਾਰਨਾ ਬਣਾ ਲਈ ਹੈ ਕਿ ਜਿੰਨੀ ਵਾਰੀ ਮਨੁੱਖ ਤੀਰਥ ਤੇ ਜਾ ਕੇ ਇਸ਼ਨਾਨ ਕਰੇਗਾ, ਜਿੰਨੀ ਵਾਰੀ ਇਹ ਤੀਰਥ ਤੇ ਜਾ ਕੇ ਨਹਾਵੇਗਾ, ਉਨੀ ਵਾਰ ਉਹਨੇ ਇਹਦੇ ਪਾਪ ਧੁਲਦੇ ਜਾਣਗੇ, ਪਾਪ ਜਿਹੜੇ ਕੱਲ ਇਹਦੇ ਧੋਤੇ ਜਾਣਗੇ, ਇਹਦੇ ਪਾਪਾਂ ਦੀ ਜਿਹੜੀ ਹੈ ਨਿਵਰਤੀ ਹੋ ਜਾਵੇਗੀ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਕੁਝ ਪ੍ਰਾਣੀ ਜਿਹੜੇ ਹਨ, ਕੁਝ ਮਨੁੱਖ ਇਸ ਧਾਰਨਾ ਨੂੰ ਮੰਨ ਕਰਕੇ ਉਹ ਤੀਰਥਾਂ ਤੇ ਚਲੇ ਗਏ, ਉੱਥੇ ਜਾ ਕੇ ਇਸ਼ਨਾਨ ਕਰਨ ਲੱਗ ਪਏ। ਲੇਕਿਨ ਸਾਹਿਬ ਜੀ ਕਹਿੰਦੇ ਤੀਰਥਾਂ ਤੇ ਜਾ ਕੇ ਵੀ ਮਨੁੱਖ ਦੇ ਪਾਪ ਨਹੀਂ ਧੋਤੇ ਜਾ ਸਕਦੇ, ਇਹ ਆਪਣੇ ਪਾਪਾਂ ਤੋਂ ਮੁਕਤ ਨਹੀਂ ਹੋ ਸਕਦਾ ਹੈ। ਕਿਉਂਕਿ ਜਿਹੜਾ ਤੀਰਥ ਦਾ, ਤੀਰਥ ਤੇ ਪਾਣੀ ਦਾ, ਪਾਣੀ ਦੇ ਨਾਲ ਤੇ ਇਹਦੀ ਬਾਹਰੀ ਮੈਲ ਧੋਤੀ ਜਾ ਸਕਦੀ ਹੈ, ਸਰੀਰ ਦੀ ਮੈਲ ਲੈਂਦੀ ਹੈ, ਤੇ ਪਾਪਾਂ ਦੀ ਮੈਲ ਤੇ ਇਹਦੇ ਮਨ ਦੇ ਵਿੱਚ ਹੈ, ਪਾਪਾਂ ਦੀ ਮੈਲ ਤੇ ਇਹਦੇ ਅੰਦਰ ਦਾ। ਤੇ ਤੀਰਥ ਤੇ ਜਾ ਕੇ ਕਿਵੇਂ ਇਹਦੇ ਅੰਦਰ ਦੀ ਮੈਲ ਧੋਤੀ ਜਾ ਸਕਦੀ ਹੈ। ਇਸ ਕਰਕੇ ਸਾਹਿਬ ਜੀ ਕਹਿਣਗੇ ਤੀਰਥ ਦਾ ਇਸ਼ਨਾਨ ਇਹਨੂੰ ਪਾਪਾਂ ਤੋਂ ਮੁਕਤ ਨਹੀਂ ਕਰ ਸਕਦਾ, ਪਾਣੀ ਇਹਦੇ ਮਨ ਦੀ ਮੈਲ ਨਹੀਂ ਲਾ ਸਕਦਾ ਹੈ।
ਸੂਚੇ ਇਹ ਨਾ ਆਖੀਆਂ ਬਹਿਨ ਜੇ ਪਿੰਡਾ ਧੋਏ। ਉਹ ਸੂਚੇ ਪਵਿੱਤਰ ਨਹੀਂ ਕਹੇ ਜਾ ਸਕਦੇ ਜਿਨ੍ਹਾਂ ਨੇ ਕੇਵਲ ਤੀਰਥਾਂ ਤੇ ਜਾ ਕੇ ਆਪਣੇ ਸਰੀਰ ਨੂੰ ਧੋਤਾ ਹੈ। ਸੂਚੇ ਇਹ ਨਾ ਆਖੀਆਂ ਬਹਿਨ ਜੇ ਪਿੰਡਾ ਧੋਏ। ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਇਥੋਂ ਤੱਕ ਕਈਆਂ ਨੇ ਕਿਸੇ ਖਾਸ ਤੀਰਥ ਤੇ ਜਾ ਕੇ ਉੱਥੇ ਆਪਣਾ ਘਰ ਹੀ ਬਣਾ ਲਿਆ। ਸਵੇਰੇ ਉੱਠ ਕੇ ਉਹ ਤੀਰਥ ਵਿੱਚ ਇਸ਼ਨਾਨ ਕਰਦੇ ਨੇ, ਰਾਤ ਨੂੰ ਸੌਣ ਲੱਗਿਆਂ ਤੀਰਥ ਤੇ ਇਸ਼ਨਾਨ ਕਰਦੇ ਨੇ ਤੇ ਤੀਰਥ ਦਾ ਹੀ ਉਹ ਜਲ ਪੀਂਦੇ ਹਨ, ਤੀਰਥ ਦਾ ਹੀ ਉਹ ਪਾਣੀ ਪੀਂਦੇ ਹਨ। ਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਜੇਕਰ ਕੋਈ ਮਨੁੱਖ ਤੀਰਥ ਦੇ ਕੰਢੇ ਤੇ ਆਪਣਾ ਘਰ ਵੀ ਬਣਾ ਲਵੇ, ਪੀਣ ਵਾਲਾ ਪਾਣੀ ਵੀ ਉਹ ਤੀਰਥ ਦਾ ਹੀ ਵਰਤੇ, ਸਵੇਰ ਸ਼ਾਮ ਤੀਰਥ ਦੇ ਵਿੱਚ ਹੀ ਇਸ਼ਨਾਨ ਕਰੇ, ਫਿਰ ਵੀ ਐਸਾ ਪ੍ਰਾਣੀ ਮੁਕਤ ਨਹੀਂ ਹੋ ਸਕਦਾ ਹੈ। ਕਬੀਰ ਗੰਗਾ ਤੀਰ ਜੋ ਘਰ ਕਰੈ। ਤੀਰ ਦਾ ਅਰਥ ਹੈ ਕਿਨਾਰਾ, ਗੰਗਾ ਦੇ ਕਿਨਾਰੇ ਤੇ। ਕਬੀਰ ਗੰਗਾ ਤੀਰ ਜੋ ਘਰ ਕਰੈ। ਕੋਈ ਆ ਕੇ ਮਨੁੱਖ ਗੰਗਾ ਦੇ ਕਿਨਾਰੇ ਦੇ ਉੱਪਰ ਘਰ ਬਣਾ ਲਵੇ। ਗੰਗਾ ਜਿਹੜੀ ਹੈ ਉਹ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਵਿੱਤਰ ਤੀਰਥ ਮੰਨਿਆ ਗਿਆ। ਗੰਗਾ ਦਾ ਪਾਣੀ ਸਭ ਤੋਂ ਪਵਿੱਤਰ ਮੰਨਿਆ ਗਿਆ। ਜੇ ਕਹਿੰਦੇ ਨੇ ਮੁਰਦੇ ਦੇ ਮੁਖ ਵਿੱਚ ਗੰਗਾ ਦਾ ਪਾਣੀ ਪਾਇਆ ਜਾਵੇ, ਕਹਿੰਦੇ ਨੇ ਉਹ ਸਵਰਗਾਂ ਨੂੰ ਚਲੇ ਜਾਂਦਾ ਹੈ। ਇੰਨੀ ਕੁ ਧਾਰਨਾ ਬਣੀ ਹੈ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ। ਤੇ ਨਿਤ ਹੀ ਉਹ ਗੰਗਾ ਦਾ ਪਾਣੀ ਵੀ ਪੀਣਾ ਕਰੇ। ਬਿਨ ਕਰ ਨਾਮ ਨਾ ਮੁਕਤ ਹੋਏ, ਕਿਉਂ ਕਹਿ ਰਵੇ ਕਬੀਰ। ਪਰਮੇਸ਼ਰ ਦੇ ਨਾਮ ਤੋਂ ਬਗੈਰ ਇਹਨੂੰ ਮੁਕਤੀ ਨਹੀਂ ਮਿਲਣੀ ਹੈ। ਭਾਵੇਂ ਜਿੰਨੀ ਵਾਰ ਮਰਜੀ ਗੰਗਾ ਦੇ ਪਾਣੀ ਵਿੱਚ ਇਸ਼ਨਾਨ ਕਰ ਲਵੇ, ਜਿੰਨਾ ਮਰਜੀ ਇਹ ਗੰਗਾ ਦਾ ਪਾਣੀ ਪੀ ਲਵੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਇਸ ਤੀਰਥ ਨੂੰ ਰੱਦ ਕੀਤਾ ਹੈ। ਤੀਰਥ ਕਹਿੰਦੇ ਤੀਰਥਾਂ ਤੇ ਜਾ ਕੇ ਇਹ ਪਵਿੱਤਰ ਨਹੀਂ ਹੋ ਸਕਦਾ, ਇਹਦਾ ਮਨ ਸੁੱਚਾ ਨਹੀਂ ਹੋ ਸਕਦਾ ਹੈ, ਇਹ ਸਚਿਆਰ ਨਹੀਂ ਬਣ ਸਕਦਾ। ਮਾਲਕ ਦੀਆਂ ਨਜ਼ਰਾਂ ਵਿੱਚ ਇਹ ਪ੍ਰਵਾਨ ਨਹੀਂ ਹੋ ਸਕਦਾ ਹੈ। ਤੀਰਥ ਤਪ, ਤਪ ਦਾ ਅਰਥ ਹੈ ਸਰੀਰ ਨੂੰ ਕਸ਼ਟ ਦੇਣਾ, ਕਿ ਵੱਧ ਤੋਂ ਵੱਧ ਮੈਂ ਸਰੀਰ ਨੂੰ ਕਸ਼ਟ ਦੇ ਦੇਵਾਂ। ਜਿਵੇਂ ਜੋਗੀ ਲੋਕ ਕਰਦੇ ਸਨ, ਜੰਗਲ ਵਿੱਚ ਜਾ ਕੇ ਸਰੀਰ ਨੂੰ ਤਪਾਉਂਦੇ ਸਨ, ਅੱਗ ਦੇ ਵਿੱਚ ਬੈਠ ਜਾਣਾ, ਸਰਦੀ ਵਿੱਚ ਠੰਡੇ ਪਾਣੀ ਵਿੱਚ ਬੈਠ ਜਾਣਾ, ਪੁੱਠੇ ਲਟਕਣਾ, ਵੱਧ ਤੋਂ ਵੱਧ ਸਰੀਰ ਨੂੰ ਕਸ਼ਟ ਦੇਣਾ। ਤੇ ਸਾਹਿਬ ਜੀ ਕਹਿੰਦੇ ਨੇ ਸਰੀਰ ਨੂੰ ਕਸ਼ਟ ਦੇਣ ਦੇ ਨਾਲ ਵੀ ਪਰਮਾਤਮਾ ਪ੍ਰਸੰਨ ਨਹੀਂ ਹੋ ਸਕਦਾ, ਸਰੀਰ ਨੂੰ ਕਸ਼ਟ ਦੇਣ ਨਾਲ ਵੀ ਇਹ ਸਚਿਆਰ ਨਹੀਂ ਹੋ ਸਕਦਾ। ਤੀਰਥ ਤਪ ਦਇਆ ਦਤ ਦਾਨ, ਅੱਗੇ ਕਾ ਜੀਵਾਂ ਦੇ ਉੱਪਰ ਦਇਆ ਕਰਨੀ। ਹੁਣ ਜਿਹੜੀ ਇੱਥੇ ਸਤਿਗੁਰ ਮਹਾਰਾਜ ਜੀ ਦਇਆ ਦੀ ਗੱਲ ਕਰ ਰਹੇ ਹਨ, ਇੱਥੇ ਦਇਆ ਤੋਂ ਭਾਵ ਬਣਦਾ ਹੈ ਵੀ ਇੱਕ ਮਨੁੱਖ ਜਿਹੜਾ ਹੈ ਉਹ ਪੰਛੀਆਂ ਨੂੰ ਜਾ ਕੇ ਚੋਗਾ ਪਾ ਰਿਹਾ ਹੈ, ਗਊਆਂ ਨੂੰ ਜਿਹੜਾ ਹੈ ਉਹ ਘਾਹ ਜਿਹੜਾ ਜਾ ਕੇ ਪਾ ਰਿਹਾ ਹੈ, ਗਊਆਂ ਨੂੰ ਆਟਾ ਪਾ ਰਿਹਾ ਹੈ। ਇੱਥੇ ਉਸ ਦਇਆ ਦੀ ਗੱਲ ਕਰ ਰਿਹਾ ਹੈ। ਜਾਨਵਰਾਂ ਨੂੰ ਜਾ ਕਰਕੇ ਕੁਝ ਨਾ ਕੁਝ ਰੋਟੀ ਪਾਣੀ ਪਾ ਦੇਣਾ। ਹੁਣ ਸਤਿਗੁਰ ਜੀ ਕਹਿਣਗੇ ਇਹੋ ਜੀ ਦਇਆ ਕਰਕੇ ਵੀ ਮਨੁੱਖ ਸਚਿਆਰ ਨਹੀਂ ਹੋ ਸਕਦਾ, ਇਹੋ ਜੀ ਦਇਆ ਕਰਕੇ ਵੀ ਇਹ ਰੱਬ ਦੀ ਖੁਸ਼ੀ ਨਹੀਂ ਲੈ ਸਕਦਾ। ਇੱਕ ਪਾਸੇ ਤੇ ਇਹ ਪੰਛੀਆਂ ਨੂੰ ਦਾਣੇ ਚੋਗਾ ਪਾਉਂਦਾ ਪਿਆ ਹੈ, ਗਊਆਂ ਦੀ ਸੇਵਾ ਕਰਦਾ ਪਿਆ ਹੈ, ਜਾਨਵਰਾਂ ਦੀ ਸੇਵਾ ਕਰਦਾ ਪਿਆ, ਤੇ ਜਿਹੜਾ ਮਨੁੱਖ ਹੈ ਮਨੁੱਖ ਦੇ ਉੱਪਰ ਜ਼ੁਲਮ ਕਰੀ ਜਾ ਰਿਹਾ ਹੈ। ਮਨੁੱਖ ਦੇ ਨਾਲ ਈਰਖਾ ਕਰ ਰਿਹਾ ਹੈ, ਮਨੁੱਖ ਦਾ ਹੱਕ ਮਾਰ ਰਿਹਾ ਹੈ। ਹੁਣ ਜਿਹੜਾ ਇੱਕ ਪਾਸੇ ਤੇ ਗਰੀਬਾਂ ਦਾ ਹੱਕ ਮਾਰਦਾ ਪਿਆ ਹੈ, ਜਾਨਵਰਾਂ ਤੇ ਪਸ਼ੂਆਂ ਤੇ ਉਹ ਦਇਆ ਕਰੀ ਜਾਂਦਾ ਹੈ। ਹੁਣ ਇਹ ਦਇਆ ਕਿਹੋ ਜਿਹੀ ਹੈ? ਇਹੋ ਜੀ ਦਇਆ ਜਿਹੜੀ ਕਾ ਸਤਿਗੁਰ ਜੀ ਪ੍ਰਵਾਨ ਨਹੀਂ ਕਰਦੇ ਹਨ। ਜੇ ਦਇਆ ਕਰਨੀ ਕਾ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਤੇ ਮਨੁੱਖਾਂ ਤੇ ਕਰਨੀ ਚਾਹੀਦੀ ਹੈ, ਜਾਨਵਰਾਂ ਦੀ ਪਸ਼ੂਆਂ ਦੀ ਗੱਲ ਤੇ ਬਾਅਦ ਵਿੱਚ ਚੱਲਦੀ ਹੈ। ਮਨੁੱਖ ਦਾ ਤੇ ਹੱਕ ਮਾਰਦਾ ਪਿਆ ਹੈ
ਤੇ ਗੱਲ ਇਹ ਪਸ਼ੂਆਂ ਦੇ ਉੱਪਰ ਦਇਆ ਦੀ ਕਰ ਰਿਹਾ ਕਿ ਜਾਨਵਰਾਂ ਤੇ ਦਇਆ ਦੀ ਗੱਲ ਕਰ ਰਿਹਾ ਕਿ ਪਹਿਲਾਂ ਮਨੁੱਖ ਨੂੰ ਮਨੁੱਖ ਤੇ ਦਇਆ ਕਰਨੀ ਚਾਹੀਦੀ ਹੈ। ਵੀ ਦੂਜਾ ਜਿਹੜਾ ਮੇਰੇ ਤੋਂ ਗਰੀਬ ਹੈ, ਉਹਦੇ ਕੋਲ ਕੁਝ ਖਾਣ ਨੂੰ ਹੈ, ਪਹਿਲਾਂ ਮੈਂ ਉਹਦੇ ਖਾਣ ਦਾ ਪ੍ਰਬੰਧ ਕਰਾਂ, ਉਹਦੇ ਕੁਝ ਰਹਿਣ ਦਾ ਪ੍ਰਬੰਧ ਕਰਾਂ। ਇੱਥੇ ਹੁਣ ਸਤਿਗੁਰੂ ਮਹਾਰਾਜ ਜੀ ਇਸ ਦਇਆ ਦੀ ਗੱਲ ਕਰ ਰਹੇ ਹਨ ਵੀ ਜੀਵਾਂ ਦੇ ਉੱਪਰ ਦਇਆ ਕਰਨੀ। ਤੀਰਥ ਤਪ ਦਇਆ ਦਾ ਦਾਨ, ਤੀਰਥਾਂ ਤੇ ਜਾ ਕੇ ਨਹਾਉਣਾ, ਸਰੀਰ ਨੂੰ ਕਸ਼ਟ ਦੇਣੇ, ਜਾਨਵਰਾਂ ਤੇ ਪਸ਼ੂਆਂ ਤੇ ਦਇਆ ਕਰਨੀ, ਪੰਛੀਆਂ ਤੇ ਦਇਆ ਕਰਨੀ। ਦਇਆ ਦਤ ਦਾਨ, ਦਇਆ ਦਤ ਦਾਨ ਤੋਂ ਭਾਵ ਹੈ ਦਤ ਕਹਿੰਦੇ ਨੇ ਦਿੱਤਾ ਹੋਇਆ ਦਾਨ। ਕਿਸੇ ਦੂਜੇ ਨੂੰ ਜਿਹੜਾ ਦਾਨ ਦੇ ਦੇਣਾ, ਕਹਿੰਦੇ ਜੇ ਇਹ ਦਾਨ ਵੀ ਦੇਣ ਲੱਗ ਪਵੇ, ਇਹਦੇ ਦਿੱਤੇ ਕੋਈ ਦਾਨ ਦੇ ਨਾਲ ਵੀ ਕੋਈ ਸਚਿਆਰ ਨਹੀਂ ਹੋ ਸਕਦਾ ਹੈ। ਇਹ ਰੱਬ ਦੀ ਨਿਗਾਹ ਵਿੱਚ, ਪਰਮੇਸ਼ਰ ਦੀ ਨਿਗਾਹ ਵਿੱਚ ਪਰਵਾਰ ਨਹੀਂ ਹੋ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਆਸਾ ਦੀ ਵਾਰ ਦੇ ਵਿੱਚ ਇੱਕ ਬਚਨ ਕੀਤਾ ਹੈ, ਜੇ ਮੁਹਾਕਾ ਘਰ ਮੁਖ ਹੈ, ਘਰ ਮੁਖ ਹੈ ਪਿਤਰੀ ਦੇ, ਅੱਗੇ ਵਸਤ ਸੰਝਾਣੀਆਂ ਪਿਤਰੀ ਚੋਰ ਕਰੇ, ਵੱਡੀਆਂ ਖੱਤ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲਾ ਜੇ ਖੱਟੇ ਘਰ ਦੇ। ਹੁਣ ਸਤਿਗੁਰੂ ਮਹਾਰਾਜ ਜੀ ਨੇ ਇਸ ਸਲੋਕ ਦੇ ਵਿੱਚ ਇਸ ਗੱਲ ਨੂੰ ਕਲੀਅਰ ਕੀਤਾ ਹੈ ਵੀ ਕਿਸੇ ਮਨੁੱਖ ਦਾ ਦਿੱਤਾ ਹੋਇਆ ਦਾਨ ਜਿਹੜਾ ਹੈ, ਮਰਨ ਤੋਂ ਬਾਅਦ ਉਹਦੇ ਕਿਸੇ ਮਰ ਚੁੱਕੇ ਦਾਦੇ ਤੱਕ, ਕਿਸੇ ਬਜ਼ੁਰਗ ਤੱਕ, ਕਿਸੇ ਪ੍ਰਾਣੀ ਤੱਕ ਨਹੀਂ ਪਹੁੰਚਦਾ ਹੈ। ਇਸ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਇਸ ਗੱਲ ਨੂੰ ਕਲੀਅਰ ਕੀਤਾ ਹੈ। ਇਸ ਸ਼ਲੋਕ ਦੇ ਵਿੱਚ ਸਾਹਿਬ ਜੀ ਨੇ ਇਸ ਗੱਲ ਨੂੰ ਕਲੀਅਰ ਕੀਤਾ ਹੈ ਕਿ ਜਿਹੜਾ ਮਨੁੱਖ ਕਿਸੇ ਨੇ ਦਾਨ ਕਰ ਦਿੱਤਾ ਹੈ, ਜਾਂ ਸ਼ਰਾਧਾਂ ਦੇ ਵਿੱਚ, ਜਾਂ ਕਿਸੇ ਬਜ਼ੁਰਗ ਦੇ ਨਾਮ ਤੇ, ਕਿਸੇ ਮਰ ਚੁੱਕੇ ਪ੍ਰਾਣੀ ਦੇ ਨਾਮ ਤੇ, ਜਾਂ ਫਿਰ ਆਪਣੇ ਦਾਦੇ ਪੜਦਾਦੇ ਦੇ ਨਾਮ ਦੇ ਉੱਪਰ, ਤੇ ਸਤਿਗੁਰੂ ਜੀ ਨੇ ਇਸ ਸ਼ਲੋਕ ਵਿੱਚ ਕਲੀਅਰ ਕੀਤਾ ਹੈ ਵੀ ਉਹ ਜਿਹੜਾ ਦਿੱਤਾ ਹੋਇਆ ਦਾਨ ਹੈ ਉਹ ਕਿਸੇ ਵੀ ਪ੍ਰਾਣੀ ਤੱਕ ਨਹੀਂ ਪਹੁੰਚਦਾ ਹੈ। ਉਹਤੇ ਜਿਸ ਪੁਜਾਰੀ ਨੂੰ ਦਿੱਤਾ ਹੈ, ਜਿਹਨੂੰ ਦਿੱਤਾ ਹੈ, ਉਹਤੇ ਉਹਨੂੰ ਹੀ ਮਿਲਿਆ ਹੈ। ਪਹਿਲਾਂ ਪੁਜਾਰੀ ਲੈਂਦੇ ਸਨ, ਅੱਜ ਕੱਲ ਗੁਰਦੁਆਰਿਆਂ ਵਿੱਚ ਵੀ ਇਹ ਸਿਸਟਮ ਚੱਲਦਾ ਪਿਆ ਹੈ, ਕਿਉਂਕਿ ਇੱਥੇ ਵੀ ਸ਼ਰਾਧ ਜਿਹੜੇ ਕਰਦੇ ਹਨ, ਇੱਥੇ ਵੀ ਇਹ ਰੀਤ ਜਿਹੜੀ ਪ੍ਰਚਲਿਤ ਹੋ ਗਈ ਹੈ। ਲੇਕਿਨ ਇਹ ਗੱਲ ਤੇ ਕਲੀਅਰ ਹੈ ਵੀ ਜਿਹੜਾ ਦਾਨ ਦੇ ਦਿੱਤਾ ਹੈ ਉਹ ਦਾਨ ਉਸ ਮਰ ਚੁੱਕੇ ਪ੍ਰਾਣੀ ਤੱਕ ਨਹੀਂ ਪਹੁੰਚਿਆ ਹੈ। ਉਹਤੇ ਜਾ ਜਿਹਨੇ ਲਿਆ ਹੈ ਉਹਤੇ ਉਹਨੂੰ ਹੀ ਮਿਲਿਆ ਹੈ। ਜੇ ਮੰਜਾ ਦਿੱਤਾ ਤੇ ਉਹਨੇ ਜਿਹਨੇ ਲਿਆ ਉਹੀ ਮੰਜੇ ਤੇ ਸੌਂ ਰਿਹਾ ਹੈ। ਅੱਗੇ ਪਰਲੋਕ ਵਿੱਚ ਉਹ ਮੰਜਾ ਨਹੀਂ ਪਹੁੰਚਿਆ ਹੈ ਵੀ ਮੰਜਾ ਅਸੀਂ ਦੇ ਦਿੱਤਾ ਹੈ ਤੇ ਹੁਣ ਪਰਲੋਕ ਵਿੱਚ ਸਾਡਾ ਦਾਦਾ ਜਿਹੜਾ ਉਸ ਮੰਜੇ ਤੇ ਸੁੱਤਾ ਹੋਣਾ ਹੈ। ਅਸੀਂ ਅੱਜ ਰਜਾਈ ਤਲਾਈ ਦਿੱਤੀ ਹੈ ਤੇ ਸਾਡਾ ਦਾਦਾ ਅੱਜ ਰਜਾਈ ਤਲਾਈ ਲੈ ਕੇ ਸੁੱਤਾ ਹੋਣਾ ਹੈ। ਅੱਜ ਅਸੀਂ ਖੀਰ ਖਵਾਈ ਹੈ ਤੇ ਸਾਡੇ ਦਾਦੇ ਤੱਕ ਖੀਰ ਪਹੁੰਚ ਗਈ ਹੈ। ਸਤਿਗੁਰੂ ਜੀ ਕਹਿੰਦੇ ਐਸਾ ਤੇ ਨਹੀਂ ਹੈ, ਐਸਾ ਤੇ ਹੋ ਹੀ ਨਹੀਂ ਸਕਦਾ ਵੀ ਮਾਰ ਚੁੱਕੇ ਪ੍ਰਾਣੀ ਤੱਕ ਕਿਸੇ ਦਾ ਦਿੱਤਾ ਹੋਇਆ ਦਾਨ ਜਿਹੜਾ ਪਹੁੰਚਦਾ ਹੋਵੇ। ਤੀਰਥ ਤਪ ਦਇਆ ਦਤ ਦਾਨ, ਤੀਰਥ ਕਰਨੇ, ਜਿਹੜਾ ਤਪ ਸਾਧਨੇ, ਦਇਆ ਕਰਨੀ, ਕਿਸੇ ਨੂੰ ਦਾਨ ਪੁੰਨ ਕਰ ਦੇਣਾ। ਕਹਿੰਦੇ ਕਿ ਇਹਨਾਂ ਕਰਮਾਂ ਦੇ ਨਾਲ ਮਨੁੱਖ ਸਚਿਆਰ ਨਹੀਂ ਹੋ ਸਕਦਾ ਹੈ। ਇਹਨਾਂ ਕਰਮਾਂ ਦੇ ਨਾਲ ਇਹਨੂੰ ਪਵਿੱਤਰਤਾ ਨਹੀਂ ਮਿਲ ਸਕਦੀ ਹੈ। ਇਹ ਤੇ ਕੇਵਲ ਇੱਕ ਕਰਮ ਕਾਂਡਾਂ ਦਾ ਜਾਲ ਹੈ, ਜਿਨ੍ਹਾਂ ਨੂੰ ਬਸ ਮਨੁੱਖ ਅੱਖਾਂ ਬੰਦ ਕਰਕੇ ਗਿਆਨ ਤੋਂ ਅਗਿਆਨਤਾ ਦੇ ਵੱਲ ਆਪਣੇ ਆਪ ਨੂੰ ਲਿਜਾ ਕੇ ਅਗਿਆਨਤਾ ਦੇ ਵਿੱਚ ਹੀ ਇਹ ਕਰਮ ਕਰੀ ਜਾਂਦਾ ਹੈ। ਅਗਿਆਨਤਾ ਵਿੱਚ ਇਹ ਕਰਮ ਕਰੀ ਜਾਂਦਾ, ਲੇਕਿਨ ਇਹਦੇ ਮਨ ਦੇ ਵਿੱਚ ਇੱਕ ਭਰਮ ਬਣਿਆ ਰਹਿੰਦਾ ਹੈ ਕਿ ਜੋ ਮੈਂ ਕਰ ਰਿਹਾ ਸ਼ਾਇਦ ਇਹ ਧਰਮ ਦਾ ਕਰਮ ਹੈ।
जो मैं कर रहा ये धर्म का कर्म का ਇਹਦਾ ਮੈਨੂੰ शायद चंगा फल मिल जाए, लेकिन सतगुरु जी कहते ने ये कर्म कांड का ते कर्म कांड करके इन्हें कुछ भी प्राप्त नहीं होना है। इस करके फिर सतगुरु महाराज जी अगलियां पौड़ियां दे विच इस गल नूं क्लीयर कर देगा भी जे ये प्रवान होना चाहता है, जे ये सचियार होना चाहता है, जे ये परमात्मा के दर ते कबूल होना चाहता है ते इनू की करना पवेगा। सुनिया मनिया मन कीता भाओ अंतरगाता तीर्थ मल नाओ। सतगुरु जी कहते हैं इनू गुरु का ज्ञान सुनना पवेगा। सुनिया मनिया गुरु का ज्ञान इनू सुनना पवेगा ते गुरु के ज्ञान नूं मनना पवेगा। ये नहीं क्या भी सुन के छड़ देना है, सुन के ही गल बन जानी है। सुनना पवेगा ते सुन दे नाल मनना भी पवेगा। सुनिया मनिया मन कीता भाऊं ते नाल दी नाल प्रेम दे नाल फिर धारण भी करना पवेगा। प्रेम दे नाल उस ज्ञान नूं मनना भी पैना है, जीवन दे विच कमाना भी पैना है। सुनिया मनिया मन कीता भाओ अंतरगत तीर्थ मल नाओ। सतगुरु जी फिर कहते ने भी फिर इहदा अंतरगति हिरदे दे विच की इहदा मन दा इहदा इशनान होना है। फिर इहदे अंतरगत हिरदे विच इशनान होना है, फिर इहने मन दा इशनान करके पवित्र होना है। जे गुरु के ज्ञान सुनेगा मनेगा ते गुरु के ज्ञान अपने जीवन विच धारण करेगा, अपने हिरदे विच प्रेम दे नाल विसाल देगा, भावों दे नाल विसाल देगा। फिर जिहड़ा है इहदे अंतरगत का इशनान होना है, जिन्हों सतगुरु जी पावन बाणी विच कहते ने गंगा जल गुरु गोबिंद नाम। कहते जिन्हें गंगा विच इशनान कर लिया वो पवित्र हो गया। लेकिन सतगुरु जी कहते ने साडे वास्ते गंगा का जल केड़ा सब तो पवित्र जल केड़ा है? गंगा जल गुरु गोबिंद नाम। परमेश्वर का नाम की गंगा जल है। रब दे नाम तो बगैर कोई पवित्र पानी नहीं का, परमेश्वर दे नाम तो बगैर कोई सुच्चा पानी नहीं का। जिन्हें परमेश्वर दे नाम दे विच इशनान कर लिया, गुरु दे ज्ञान दे विच इशनान कर लिया, उहदा मन पवित्र हो गया, उहदा हिरदा पवित्र हो गया, उन्हें अपने आप को पवित्र कर लिया। जिन्हें प्रभु दे नाम दे विच परमेश्वर दे ज्ञान दे विच इशनान कर लिया। इस करके साहब जी वचनकारी ने कि सुनिया मनिया मन कीता भाओ अंतरगत तीर्थ मल। उन्होंने अपने हिरदे रूपी तीर्थ ते इशनान कर लिया, उन्होंने हिरदे नूं ही तीर्थ बना लिया। परमेश्वर दे नाम नूं अपने हिरदे विच वसा के, परमेश्वर दे नाम नूं अपने मन विच टिका के, उन्होंने अपने हिरदे नूं ही तीर्थ बना लिया है। उन्होंने किसी बाहरले तीर्थ ते भटकण की लोड़ ही नहीं पैंदी है। बाहरले किसी तीर ते उन्होंने भ्रमण ही नहीं करना पैंदा है, क्योंकि हिरदा ही उन्होंने मन की तीर्थ बन गया है। जिहदे नाम नाल ज्ञान नाल जुड़ के वो मन का इशनान कर देंगे। तीर्थ नाम जाओ तीर्थ नाम का, तीर्थ शब्द विचार अंतर ज्ञान का, गुर ज्ञान साचा थान, तीर्थ दस पुरब सदा दशहरा। हुण ते एक ही दशहरा है, हुण ते एक ही 10 जिहड़े पुरब कन मसिया संग्रांत, एक सब कुछ की है। जिन्हें हिरदे रूपी तीर्थ ते इशनान कर लिया है। गुर ज्ञान साचा थान, तीर्थ 10 पुरब सदा दशहरा। ओ नाम करका सदा जाचो, देखो प्रभ धरनी धरा। इस करके हे प्रभु तेरे नाम की ओ जाचना करदा का, यह धरती दे आसरी प्रभु मनु अपने नाम का दान बख्शना कर। अंतरगत तीर्थ मल नाओ। जिन्होंने अंतरगत हिरदे रूपी तीर्थ ते गुरु के ज्ञान नाल परमेश्वर के नाम नाल स्नान कर लिया, वो पवित्र हो गए ने। सब गुण
ਗੁਣ ਤੇਰੇ ਮੈਂ ਨਾਹੀ ਕੋਏ। ਤੇ ਜਦੋਂ ਕੋਈ ਪਰਮੇਸ਼ਰ ਦੇ ਨਾਮ ਦੇ ਵਿੱਚ ਇਸ਼ਨਾਨ ਕਰ ਲੈਂਦਾ ਹੈ, ਆਪਣੇ ਆਪ ਨੂੰ ਪਵਿੱਤਰ ਕਰ ਲੈਂਦਾ ਹੈ, ਪਰਮੇਸ਼ਰ ਦੀ ਭਗਤੀ ਵਿੱਚ ਜੁੜ ਜਾਂਦਾ ਹੈ, ਤੇ ਉਹ ਫਿਰ ਆਪਣੀ ਰਸਨਾ ਤੋਂ ਇਹ ਆਖਦਾ ਹੈ ਕਿ ਸਭ ਗੁਣ ਤੇਰੇ ਮਨਾਹੀ ਕੋਏ। ਇਹ ਪ੍ਰਭੂ ਜੀ, ਜਿੰਨੇ ਵੀ ਗੁਣ ਹਨ ਇਹ ਤੇਰੇ ਹੀ ਦਿੱਤੇ ਹਨ, ਤੇਰੇ ਹੀ ਪੈਦਾ ਕੀਤੇ ਹਨ, ਇਹਦੇ ਵਿੱਚੋਂ ਮੇਰਾ ਇੱਕ ਵੀ ਗੁਣ ਨਹੀਂ ਹੈ। ਉਹ ਰੱਬ ਦੀ ਭਗਤੀ ਦਾ ਦਾਅਵਾ ਨਹੀਂ ਕਰਦਾ, ਹੰਕਾਰ ਨਹੀਂ ਕਰਦਾ ਕਿ ਮੈਂ ਰੱਬ ਦੀ ਭਗਤੀ ਕਰ ਰਿਹਾ, ਮੇਰੇ ਅੰਦਰ ਇੰਨੇ ਗੁਣ ਹਨ। ਉਹ ਆਪਣੇ ਹੰਕਾਰ ਨੂੰ ਛੱਡ ਕੇ ਪਰਮੇਸ਼ਰ ਅੱਗੇ ਢਹਿ ਜਾਂਦਾ ਹੈ। ਬਿਨ ਗੁਣ ਕੀਤੇ ਭਗਤ ਨਾ ਹੋਏ। ਤੇ ਸਾਹਿਬ ਜੀ ਕਹਿੰਦੇ ਨੇ ਬਿਨਾਂ ਗੁਣ ਧਾਰਨ ਕੀਤਿਆਂ ਰੱਬ ਦੀ ਭਗਤੀ ਨਹੀਂ ਹੋ ਸਕਦੀ ਹੈ। ਬਿਨ ਗੁਣ ਕੀਤੇ ਭਗਤ ਨਾ ਕੋਈ। ਜੇ ਇਹਨੇ ਰੱਬ ਦੀ ਭਗਤੀ ਕਰਨੀ ਹੈ ਤੇ ਇਹਨੂੰ ਗੁਣ ਵੀ ਧਾਰਨ ਕਰਨੇ ਪੈਣਗੇ। ਕੱਲੀ ਭਗਤੀ ਕਰਨ ਦੀ ਗੱਲ ਫਿਰ ਵੀ ਨਹੀਂ ਬਣਨੀ। ਕੱਲਾ ਰਸਨਾ ਨਾਲ ਰੱਬ ਦਾ ਨਾਮ